ਓਕੇ, ਸਭ ਤੋਂ ਪਹਿਲਾਂ ਪੈਰਾਬੋਲਾ ਨੂੰ ਸਮਝਣ ਲਈ ਆਪਾਂ ਨੂੰ ਉਹਦੀ ਜਿਓਮੈਟਰੀਕਲ ਫਿਗਰ ਸਮਝਣੀ ਪਏਗੀ ਕਿ ਕੀ ਇਕੁਏਸ਼ਨ ਹੈ, ਕਿੱਦਾਂ ਟੇਂਜੈਂਟ ਡਰਾ ਹੁੰਦੇ ਆ, ਕਿਹੜੀ ਆਪਣੀ ਲੇਟੈਸਟ ਰੈਕਟਮ ਹੈ, ਕਿਹੜਾ ਆਪਣਾ ਡਾਇਰੈਕਟ੍ਰਿਕਸ ਹੈ, ਫੋਕਲ ਕੋਡ ਹੈ, ਡਬਲ ਆਰਡੀਨੇਟ ਹੈ ਜਾਂ ਜੋ ਵੀ ਹੈ। ਤਾਂ ਇਹ ਸਭ ਤੋਂ ਪਹਿਲਾਂ ਪੈਰਾਬੋਲਾ ਆਪਣੇ ਕੋਲ ਰਾਈਟ ਹੈਂਡਡ ਪੈਰਾਬੋਲਾ। ਓਕੇ, ਤਾਂ ਜਿਸ ਪੁਆਇੰਟ 'ਤੇ ਆਪਣੇ ਐਕਸਿਸ ਨੂੰ ਮੀਟ ਕਰ ਰਿਹਾ ਉਹ ਆਪਾਂ ਨੂੰ ਪਤਾ ਹੀ ਹੈ ਕੀ ਹੁੰਦਾ, ਵਰਟੈਕਸ ਹੈ। ਵਰਟੈਕਸ ਨੂੰ ਆਪਾਂ ਅਗਰ ਇਹ ਮੇਰਾ ਵਾਈ ਐਕਸਿਸ ਹੈ, ਇਹ ਐਕਸ ਐਕਸਿਸ ਹੈ, ਤਾਂ ਇਹਨੂੰ ਮੈਂ ਲਿਖ ਦਾਂਗਾ 0,0 ਦੇ ਕੋਆਰਡੀਨੇਟਸ ਹੋ ਗਏ। ਹੁਣ ਇੱਥੇ ਕੋਈ ਪੁਆਇੰਟ ਹੋਏਗਾ ਜਿਹਨੂੰ ਮੈਂ ਐਫ ਕਹਿ ਦਾਂਗਾ, ਫੋਕਸ। ਉਹ ਕੀ ਹੁੰਦਾ AE,0। ਦੇਖੋ ਜਿੰਨੀਆਂ ਵੀ ਆਪਣੇ ਕੋਲ ਕੋਨਿਕ ਫਿਗਰਸ ਨੇ, ਕੋਨਿਕ ਸੈਕਸ਼ਨ 'ਚ ਚਾਰ ਚੀਜ਼ਾਂ ਆਉਂਦੀਆਂ ਆਪਣੇ ਕੋਲ, ਸਰਕਲ ਆ ਗਿਆ, ਲਿਪਸ ਆ ਗਿਆ, ਪੈਰਾਬੋਲਾ ਆ ਗਿਆ, ਹਾਈਪਰਬੋਲਾ ਆ ਗਿਆ। ਸੋ ਸਰਕਲ ਦਾ ਥੋੜ੍ਹਾ ਜਿਹਾ ਸਿਸਟਮ ਅਲੱਗ ਹੈ, ਬਾਕੀ ਜਿਹੜੇ ਤਿੰਨ ਹੈ ਉਹਨਾਂ ਸਾਰਿਆਂ ਦਾ ਲਗਭਗ ਮੋਸਟਲੀ ਚੀਜ਼ਾਂ ਸੇਮ ਹੀ ਨੇ। ਫੋਰ ਐਗਜ਼ਾਮਪਲ ਅਗਰ ਮੈਂ ਫੋਕਸ ਦੀ ਗੱਲ ਕਰ ਰਿਹਾ, ਫੋਕਸ ਹਮੇਸ਼ਾ AE,0 ਹੋਏਗਾ, ਜਿਹਦੇ 'ਚ A ਕੀ ਹੋਏਗਾ, ਹਮੇਸ਼ਾ ਮੇਜਰ ਲਾਈਨ ਜਾਂ ਮੇਜਰ ਐਕਸਿਸ ਕਹਿ ਸਕਦੇ ਹਾਂ ਆਪਾਂ। ਕਿਸੇ ਕੇਸ 'ਚ ਮੇਜਰ ਐਕਸਿਸ ਹੋਏਗਾ, ਕਿਸੇ 'ਚ ਇਕੱਲਾ ਐਕਸਿਸ ਹੋਏਗਾ। ਜਿਹਦੇ 'ਚ ਦੋ ਐਕਸਿਸ ਨੇ ਉਹਦੇ 'ਚ ਮੇਜਰ ਐਕਸਿਸ ਦੀ ਗੱਲ ਕਰਾਂਗੇ, ਜਿਹਦੇ 'ਚ ਇੱਕ ਹੀ ਐਕਸਿਸ ਹੈ ਉਹਦੇ 'ਚ ਆਪਾਂ ਇਕੱਲਾ ਐਕਸਿਸ ਕਹਿ ਸਕਦੇ ਹਾਂ। ਹੁਣ ਆਪਾਂ ਨੂੰ ਪਤਾ ਹੈ ਪੈਰਾਬੋਲਾ ਦੇ ਲਈ ਇਸੈਂਟ੍ਰਿਸਿਟੀ ਹਮੇਸ਼ਾ 1 ਹੁੰਦੀ, ਠੀਕ ਹੈ। ਸਰਕਲ ਦੀ 0, ਉਸ ਤੋਂ ਬਾਅਦ ਇਲਿਪਸ <1, ਪੈਰਾਬੋਲਾ 1, ਹਾਈਪਰਬੋਲਾ <1। ਠੀਕ ਹੈ, ਤਾਂ ਇਸ ਕੇਸ 'ਚ ਅਗਰ ਆਪਾਂ E ਨੂੰ 1 ਲਿਖ ਦਈਏ ਤਾਂ ਆਪਣਾ ਫੋਕਸ ਕੀ ਰਹਿ ਜਾਏਗਾ, A,0। ਉਹ ਆਪਣੇ ਪੈਰਾਬੋਲਾ ਦਾ ਫੋਕਸ ਹੋ ਜਾਏਗਾ। ਹੁਣ ਕੋਈ ਵੀ ਲਾਈਨ ਆਪਾਂ ਕੋਡ ਕਹਿ ਸਕਦੇ ਹਾਂ, ਕੋਡ ਕਹਿ ਲਓ, ਲਾਈਨ ਕਹਿ ਲਓ, ਕੁਛ ਕਹਿ ਲਓ, ਕੋਈ ਵੀ ਕੋਡ ਹੈ ਜਿਹੜੀ ਆਪਾਂ ਫੋਕਸ ਦੇ ਵਿੱਚੋਂ ਪਾਸ ਕਰ ਦਾਂਗੇ ਉਹ ਆਪਣੀ ਕੀ ਹੋ ਜਾਏਗੀ, ਫੋਕਲ ਕੋਡ। ਔਰ ਅਗਰ ਇਹ ਫੋਕਲ ਕੋਡ ਅਗਰ ਮੇਰੇ ਐਕਸਿਸ ਦੇ ਪਰਪੈਂਡੀਕੂਲਰ ਹੋ ਜਾਂਦੀ ਹੈ, ਇਹ ਐਂਗਲ ਜੋ ਹੈ ਇਹ ਅਗਰ 90 ਡਿਗਰੀ ਬਣ ਜਾਂਦਾ ਤਾਂ ਮੈਂ ਇਹਨੂੰ ਕੀ ਕਹਿ ਦਾਂਗਾ, ਇਹਦਾ ਸਪੈਸ਼ਲ ਨਾਮ ਰੱਖ ਦਾਂਗੇ ਲੇਟਸ ਰੈਕਟਮ। ਸਪੈਸ਼ਲ ਟਾਈਪ ਆਫ ਫੋਕਲ ਕੋਡ ਹੈ ਤਾਂ ਉਹਦਾ ਸਪੈਸ਼ਲ ਨਾਮ ਹੋ ਜਾਏਗਾ ਲੇਟਸ ਰੈਕਟਮ। ਹੁਣ ਇਹਦੀ ਇਕੁਏਸ਼ਨ ਵੀ ਚਾਹੀਦੀ ਹੈ ਆਪਾਂ ਨੂੰ, ਇਹਦੇ ਪੁਆਇੰਟਸ ਆਫ ਇੰਟਰਸੈਕਸ਼ਨ ਵੀ ਕੱਢਣੇ ਪੈਣਗੇ, ਠੀਕ ਹੈ। ਪਹਿਲਾਂ ਇਹਦੀ ਇਕੁਏਸ਼ਨ ਦੀ ਗੱਲ ਕਰ ਰਹੀ ਤਾਂ ਇੱਕ ਸਟ੍ਰੇਟ ਲਾਈਨ ਹੈ ਜਿਹੜੀ ਐਕਸ ਐਕਸਿਸ ਦੇ ਪੈਰਲਲ ਹੈ, ਪਰਪੈਂਡੀਕੂਲਰ। ਐਕਸ ਐਕਸਿਸ ਦੇ ਪਰਪੈਂਡੀਕੂਲਰ ਕੋਈ ਵੀ ਲਾਈਨ ਹੋਏਗੀ ਉਹਦੀ ਇਕੁਏਸ਼ਨ ਕੀ ਆਏਗੀ, ਉਹਦੀ ਇਕੁਏਸ਼ਨ ਆਏਗੀ x = ਸਮਥਿੰਗ ਕੌਂਸਟੈਂਟ। ਕੋਈ ਵੀ ਲਾਈਨ ਹੈ, ਮੰਨ ਲਓ 0, 0 ਹੈ, ਇੱਥੇ ਕੋਈ ਜੋ ਵੀ ਇਹਦਾ ਇੰਟਰਸੈਪਟ ਹੋਏਗਾ, ਹੁਣ ਇੱਥੇ ਇਹਦਾ ਇੰਟਰਸੈਪਟ E ਨੂੰ 1 ਲੈ ਲਓ ਤਾਂ A ਹੈ, ਤਾਂ ਇਹਦੇ ਲਈ ਲੇਟੈਸਟ ਰੈਕਟਮ ਦੀ ਜਿਹੜੀ ਇਕੁਏਸ਼ਨ ਬਣ ਜਾਏਗੀ ਉਹ ਕੀ ਬਣ ਜਾਏਗੀ, x = A। ਠੀਕ ਹੈ, ਇੰਨੀ ਗੱਲ ਸਮਝ ਆ ਰਹੀ ਹੈ ਆਪਾਂ ਨੂੰ ਈਜ਼ੀਲੀ। ਮੈਨੂੰ ਪਤਾ ਹੈ ਬੇਸਿਕ ਚੀਜ਼ਾਂ ਨੇ, ਤੁਹਾਨੂੰ ਮੇਰੇ ਨਾਲ ਜ਼ਿਆਦਾ ਆਉਂਦੀਆਂ ਹੋਣਗੀਆਂ, ਪਰ ਇੱਕ ਵਾਰੀ ਇਹਨਾਂ ਨੂੰ ਰਿਵਾਈਜ਼ ਕਰਨਾ ਜ਼ਰੂਰੀ ਹੈ ਤਾਂ ਕਿ ਆਪਾਂ ਅੱਗੋਂ ਈਜ਼ੀਲੀ ਪੈਰਾਬੋਲਾ ਨੂੰ ਸੋਲਵ ਕਰ ਸਕੀਏ। ਠੀਕ ਹੈ, ਦੈਨ ਉਸ ਤੋਂ ਬਾਅਦ ਗੱਲ ਆਉਂਦੀ ਹੈ ਆਪਣੀ ਡਾਇਰੈਕਟ੍ਰਿਕਸ ਦੀ। ਡਾਇਰੈਕਟ੍ਰਿਕਸ ਇੱਕ ਲਾਈਨ ਹੈ ਜਿਹਦੀ ਇਕੁਏਸ਼ਨ ਆਪਣੇ ਕੋਲ ਰਹੇਗੀ -AE, 0 ਕਿਉਂ ਲਿਖਤਾ, x = -AE। ਹੁਣ ਪੈਰਾਬੋਲਾ ਦੇ ਕੇਸ 'ਚ E1 ਹੈ ਤਾਂ ਮੈਂ x = -A ਕਰ ਦਾਂਗਾ, ਠੀਕ ਹੈ। ਜੇ ਮੈਂ ਜਨਰਲ 'ਚ ਕਿਉਂ ਗੱਲ ਕਰ ਰਿਹਾ, ਨਾਲ E ਨੂੰ ਕਿਉਂ ਲੈ ਕੇ ਚੱਲ ਰਿਹਾ, ਕਿਉਂਕਿ ਜਦੋਂ ਤੁਸੀਂ ਬਾਕੀ ਚੀਜ਼ਾਂ ਕਰੋਗੇ ਲਾਈਕ ਇਲਿਪਸ, ਹਾਈਪਰਬੋਲਾ, ਤਾਂ ਤੁਸੀਂ ਖੁਦ ਦੇਖੋਗੇ ਵੀ ਇਹ ਸਭ ਕੁਝ ਸੇਮ ਹੀ ਹੈ। ਅਗਰ ਮੈਂ ਜਨਰਲ ਯਾਦ ਕਰ ਲੈਂਦਾ ਤਾਂ ਮੈਨੂੰ ਬਾਕੀਆਂ ਲਈ ਕੁਛ ਅਲੱਗ ਯਾਦ ਨਹੀਂ ਕਰਨਾ ਪਏਗਾ, ਜਸਟ ਇਸੈਂਟ੍ਰਿਸਿਟੀ ਦੀ ਵੈਲਿਊ ਤੋਂ ਇਹ ਡਾਇਰੈਕਟ ਆ ਜਾਣਗੇ ਸਾਰੇ ਕੋਨਿਕ, ਠੀਕ ਹੈ। ਤਾਂ ਇਹ ਆਪਣੀ ਕੀ ਹੋ ਗਈ, ਡਾਇਰੈਕਟ੍ਰਿਕਸ ਐਕਚੁਅਲੀ ਇੱਦਾਂ ਦੀ ਲਾਈਨ ਹੈ, ਅਗਰ ਆਪਾਂ ਉਸ ਲਾਈਨ ਤੋਂ ਪੈਰਾਬੋਲਾ 'ਤੇ ਇੱਕ ਪੁਆਇੰਟ ਲਵਾਂਗੇ ਤਾਂ ਜਿਹੜਾ ਆਹ ਡਿਸਟੈਂਸ ਹੋਏਗਾ
एंड किधर गया फोकस, तो आ डिस्टेंस होएगा, इन्हां दी रेशो फिक्स रहिंदी है। और पैराबोला के केस इन्हां दी रेशो 1 होंदी है, क्योंकि सेंट्रिसिटी 1 है तो इन्हां दी रेशो ही अपने कोल सेंट्रिसिटी दी इक्वल होंदी है, जिहड़ी कि 1 रहेगी, यानी D1 = D2 होंदा है पैराबोला के केस च। इन्दी इन्नी कोई खास लोड़ नहीं पैंदी, बट इत्थे आपां एक दो चीज़ां ऑबजर्व करते हैं जिन्हां दी क्वेश्चनां च बहुत हैल्प मिल सकती है। देखो ये पॉइंट अपने को 0 0 है, इधर वाली लेंथ है अपने को A, इधर वाली लेंथ भी की है A, तो मतलब मैं कह सकदा डायरेक्ट्रिक्स तो लैके लेटस रैक्टम की जिहड़ी डिस्टेंस है ये कितना है 2A। अगर मैं जनरल की गल करा तो 2AE, ठीक है। हुण ये चीज़ां ने काफ़ी, मतलब मैं ये नहीं कहांगा कि तुसीं हर एक चीज़ नूं याद करो, मैं की कहांगा जो मैं खुद करदा, जो भी इक्वेशन होएगी मान लो y² = 4AX है, तो इन अकॉर्डिंगली मैं एट अ टाइम छोटी डायग्राम ड्रॉ कर लाँगा। ए है, ए डायरेक्ट्रिक्स है, इनकी वैल्यू A बन गई है, जो भी है, मतलब मैं उस टाइम विदिन 5 to 10 सेकंड छोटी डायग्राम ड्रॉ करके मैं ये चीज़ां विजुअलाइज़ कर सकदा उस टाइम। अगर तुसीं विजुअलाइज़ करके क्वेश्चन करते हो तो क्वेश्चन तुहाडे बहुत ईजी हो जाते हैं। डायरैक्ट फॉर्मूला बेस करोगे हो जाएंगे, नो डाउट, एक कोई एवं का क्वेश्चन नहीं है जो नहीं अड़ेगा, सारे हो जाएंगे, बट थोड़ा जा सोचना ज़्यादा पेगा उनके लिए, जो मैनू लगता है, ठीक है। हम कुछ पैरामीटर ने जोड़े सर ने करवाए थे, हम मैं दोबारा इतने सारे रिपीट च नहीं लिख रहा, डायरैक्ट कॉपी तो तुहानूं दिखा देना। क्योंकि अपने को 4 पैराबोला ने, और मैं कहांगा कि अगर तुसीं इस तरह चारां नूं इकट्ठे बना लो तो उन्होंने प्रॉपर्टीज़ इकट्ठियां लिख लो, तो बैटर रहिंदी है कंपेयर करनी है, याद करनी है। क्योंकि जो तुसीं एक दूजे नूं अलग अलग याद करोगे, अलग अलग रीड करोगे, तो वो हो सकता है याद करने च मुश्किल हो। सब तो पहला ये डायग्राम देखो, इनका वर्टेक्स की है अपन पता है, सेंटर इतने है 0 0, इनका वर्टेक्स हो गया 0 0। हुण लैफ्ट हैंडेड पैराबोला हो गया तो इनका वर्टेक्स वो भी 0 0, अपर पैराबोला तो उनका भी वर्टेक्स 0 0, लोअर आ गया तो भी वर्टेक्स तो हमेशा 0 0 रहेगा, ठीक है। हुण देखो ये डायग्राम च मैं इनू फोकस बनाया सीगा, इनू फोकस का मतलब की है A,0, इधर राइट साइड ते X पॉजिटिव है तो इनका फोकस की हो जाएगा A,0, जनरल A,0 होंदा। हुण ये लैफ्ट साइड चला गया, इधर वैल्यू कोऑर्डिनेट की होंगे -A,0, ऊपर चला गया तो इत्थे हुण X 0 ही है, बट Y की वैल्यू चेंज हो रही है, ठीक है। मैं पहला क्या सीगा आपां इहदे च जदों A,0 या जिद्दां भी करांगे तो उहदे च आपां एक्सिस की गल करांगे। हुण Y की गल है तो X 0 है तो X 0, Y च E1 है तो वैल्यू A रहेगी, नीचे नूं आ गया तो -A 0, -A, मतलब कहता जी इन्होंने याद रखने की कोई लोड़ नहीं है, याद हो जाए तो वैल एंड गुड है, नहीं तो 1 सेकंड लगेगा, तुसीं ये छोटे डायग्राम बना के कढ़ सकते हो। डायरेक्ट्रिक्स जिधर फोकस है ओपोजिट सेम डिस्टेंस से डायरेक्ट्रिक्स ए इधर है तो -A हो जाएगा, इधर -A ते है तो इधर डायरेक्ट्रिक्स A ते आ जाएगी, ऊपर नूं है Y वाली साइड ते A है तो -Y वाली साइड ते आ जाएगा A, Y = -A, ये नैगेटिव च है तो Y दे पॉजिटिव आ जाएगा, Y = पॉजिटिव है। इदा ही एक्सिस तो आपको पता ही है कि जे कोई भी पैराबोला है उनके जी सिंगल टर्म होंगी है जिनकी डिग्री 1 होंगी है वो होंगे एक्सिस होंगे। हम 4AX एक्स की डिग्री 1 है तो एक्स एक्सिस आ गया, इनके भी एक्स आ गया, इनके वाई की डिग्री 1 है तो वाई एक्सिस आ गया, इनके भी सेम वाई अपना एक्सिस आ गया। एक्सिस के अराउंड ये शेप्स जी होंदियां वो की होंदियां सिमेट्रिक होंदियां। दैन नैक्सट आ गया फोकल कोड, कोई भी कोड अपनी फोकस चो पास कर रही है, किस शेप किस भी तरह की हो सकती है, इदा 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 फोकस चो पास करनी चाहिए। दैन लेटस रैक्टम, ये फोकल कोड अगर परपेंडिकुलर होगी तो लेटस रैक्टम, इनकी हम आप शायद कोऑर्डिनेट्स नहीं कढ़े, चलो मैं इतने दस देना। हुण अगर आप कोई लाइन एक्स एक्सिस से परपेंडिकुलर लेने तो उनके जो एक्स की वैल्यू है, एक्स का कोऑर्डिनेट है वो हमेशा सेम रहेगा, ठीक है। तो इनके लेटस रैक्टम के एंड पॉइंट इतने की होंगे, इतने एक्स की वैल्यू ए है तो ए ही रहेगा, ठीक है। तो वाई की वैल्यू की हो जाएगी, आपने कोई इक्वेशन है एक्स में ए पुट करो, वाई की वैल्यू हो जाएगी वाई स्क्वायर की वैल्यू हो जाएगी 4A² तो वाई की हो जाएगी 2A, यानी कि ये पॉइंट हो जाएगा
a,2a ये हो जाएगा a,-2a। ठीक है। ਹੁਣ ਆਪਾਂ ਨੂੰ ਕੁਐਸਚਨ ਕੀ ਆਉਂਦਾ ਹੁੰਦਾ ਹਮੇਸ਼ਾ ਲੈਂਥ ਆਫ ਲੈਟਸ ਰੈਕਟਮ। ਲੈਂਥ ਮਤਲਬ ਇਹਨਾਂ ਦੋਵਾਂ ਦੇ ਵਿੱਚ ਦਾ ਡਿਸਟੈਂਸ। ਇਹ ਕਿੰਨਾ ਹੈ 2a, ਇਹ ਕਿੰਨਾ -2a, ਤਾਂ ਦੋਨਾਂ ਦੇ ਵਿੱਚ ਦਾ ਡਿਸਟੈਂਸ ਕਿੰਨਾ ਹੋ ਗਿਆ 4a। 2a ਉੱਪਰ 2a ਨੀਚੇ 4a। ਤਾਂ ਇੱਥੋਂ ਈਜ਼ੀਲੀ ਆਪਾਂ ਯਾਦ ਵੀ ਰੱਖ ਸਕਦੇ ਹਾਂ, ਸਮਝ ਵੀ ਸਕਦੇ ਹਾਂ। ਇਹਦੀ ਲੈਂਥ ਹੋ ਗਈ 4a। ਇੱਦਾਂ ਹੀ ਇਹਦੀ ਲੈਂਥ ਵੀ 4a, ਇਹਦੀ ਲੈਂਥ ਵੀ 4a। ਲੇਟਸ ਰੈਕਟਮ ਦੀ ਲੈਂਥ ਕਦੀ ਵੀ ਚੇਂਜ ਨਹੀਂ ਹੁੰਦੀ। ਤੁਸੀਂ ਜਿਸ ਟਾਈਪ ਦਾ ਮਰਜ਼ੀ ਪੈਰਾਬੋਲਾ ਲੈ ਲਓ, ਲੇਟਸ ਰੈਕਟਮ ਦੀ ਲੈਂਥ ਸੇਮ ਰਹੇਗੀ, ਏ ਦੀ ਵੈਲਿਊ ਸੇਮ ਰਹੇਗੀ। ਏ ਵੀ ਕਦੀ ਚੇਂਜ ਨਹੀਂ ਹੁੰਦਾ। ਆਪਾਂ ਸ਼ਿਫਟਿੰਗ ਆਫ ਰੀਜਨ ਕਰਦੇ ਹਾਂ ਨਾ, ਸ਼ਿਫਟਿੰਗ ਆਫ ਰੀਜਨ ਦੇ ਵਿੱਚ ਏ ਦੀ ਵੈਲਿਊ ਕਦੀ ਵੀ ਚੇਂਜ ਨਹੀਂ ਹੁੰਦੀ, ਬਟ ਇਹਦੇ ਕੋਆਰਡੀਨੇਟਸ ਚੇਂਜ ਹੋ ਸਕਦੇ ਆ, ਫੋਕਸ ਦੇ ਕੋਆਰਡੀਨੇਟ ਚੇਂਜ ਹੋ ਸਕਦੇ ਆ, ਪਰ ਇਹ ਸੇਮ ਰਹੇਗਾ। ਇਹ ਅੱਗੇ ਕਰਾਂਗੇ ਤਾਂ ਈਜ਼ੀਲੀ ਅੰਡਰਸਟੈਂਡ ਹੋ ਜਾਏਗਾ ਜਦੋਂ ਐਗਜ਼ਾਮਪਲ ਮਿਲੇਗੀ ਆਪਾਂ ਨੂੰ। ਠੀਕ ਹੈ। ਸੋ ਹੋਰ ਕੀ ਰਹਿ ਗਿਆ ਆਪਣੇ ਕੋਲ? ਹਾਂ, ਇੱਕ ਟਰਮ ਹੋਰ ਸਰ ਨੇ ਦੱਸੀ ਹੈ, ਫੋਕਲ ਡਿਸਟੈਂਸ। ਫੋਕਲ ਡਿਸਟੈਂਸ ਕੀ ਹੁੰਦਾ? ਇਸ ਡਾਇਗਰਾਮ 'ਤੇ ਸਮਝਾ ਦੇਣਾ। ਫੋਕਸ ਤੋਂ ਲੈ ਕੇ ਕੋਈ ਵੀ ਕਿਸੇ ਵੀ ਪੈਰਾਬੋਲਾ ਦੇ ਕਿਸੇ ਪੁਆਇੰਟ 'ਤੇ ਆਪਾਂ ਇੱਕ ਲਾਈਨ ਡਰਾਅ ਕਰੀਏ। ਮੰਨ ਲਓ ਮੈਂ ਇੱਥੇ ਡਰਾਅ ਕਰਦਾ ਇਸ ਪੁਆਇੰਟ 'ਤੇ, ਆਹ ਜਿਹੜਾ ਡਿਸਟੈਂਸ ਹੋਏਗਾ ਇਹਨੂੰ ਮੈਂ ਏ ਲੈ ਲੈਣਾ, ਤਾਂ ਏ ਐਫ ਜਾਂ ਫਿਰ ਐਫ ਏ ਜਿਹੜਾ ਡਿਸਟੈਂਸ ਹੋਏਗਾ, ਇਹ ਮੇਰਾ ਕੀ ਡਿਸਟੈਂਸ ਹੋਏਗਾ? ਫੋਕਲ ਡਿਸਟੈਂਸ। ਇੱਥੇ ਤੁਸੀਂ ਦੇਖ ਸਕਦੇ ਹੋ ਈਜ਼ੀਲੀ ਐਫ ਤੋਂ ਲੈ ਕੇ ਮੈਂ ਕੋਈ ਪੁਆਇੰਟ ਡਰਾਅ ਕੀਤਾ ਪੀ ਐਚ ਕੋਮਾ ਕੇ, ਤਾਂ ਇਹ ਜਿਹੜਾ ਡਿਸਟੈਂਸ ਹੈ ਇਹ ਕੀ ਹੈ? ਫੋਕਲ ਡਿਸਟੈਂਸ। ਇਹ ਥੋੜ੍ਹਾ ਜਿਹਾ ਯਾਦ ਰੱਖਣਾ ਪਏਗਾ, ਜਾਂ ਇਹਨੂੰ ਆਪਾਂ ਡਰਾਈਵ ਕਰ ਸਕਦੇ ਹਾਂ, ਪਰ ਇਹਦੀ ਡੈਰੀਵੇਸ਼ਨ ਥੋੜ੍ਹੀ ਲੰਬੀ ਹੈ, ਤਾਂ ਇਹਨੂੰ ਯਾਦ ਰੱਖਣਾ ਬੈਟਰ ਹੈ। ਈਜ਼ੀ ਮੈਥਡ ਕੀ ਆ, ਜਿਹੜੇ ਮੈਂ ਨੀਚੇ ਲਿਖੇ ਨਾ ਰੈੱਡ ਕਲਰ 'ਚ, ਵੈਸੇ ਤਾਂ ਬਹੁਤ ਕੀੜੀਆਂ ਮਾਰੀਆਂ ਮੈਂ, ਚਲੋ ਇੱਥੋਂ ਦੇਖ ਸਕਦੇ ਹੋ। ਹੁਣ ਅਗਰ ਰਾਈਟ ਹੈਂਡ ਪੈਰਾਬੋਲਾ ਹੈ ਤਾਂ ਇਹਨੂੰ ਮੈਂ ਕੀ ਲਿਖਾਂਗਾ? a + x। ਲੈਫਟ ਹੈਂਡਡ 'ਚ x ਜਿਹੜਾ ਹੈ ਉਹ ਮਾਈਨਸ ਦਾ ਹੋ ਜਾਂਦਾ ਹੈ, ਤਾਂ ਮੈਂ ਇਹਦੀ ਵੈਲਿਊ ਲਿਖਤੀ a - x। ਹੁਣ ਇਹਦੇ 'ਚ ਆ ਜਾਓ, ਇਹਦੇ 'ਚ a ਤਾਂ ਦੂਸਰੀ ਜਿਹੜੀ ਚੀਜ਼ ਆ ਉਹ y 'ਚ ਆ ਰਹੀ ਹੈ ਨਾ, ਤਾਂ ਉਹ ਵੀ ਪੋਜ਼ੀਟਿਵ 'ਚ ਹੈ, ਤਾਂ a + y। ਇਹਦੇ 'ਚ y ਨੈਗੇਟਿਵ 'ਚ ਹੈ, ਤਾਂ a - y। ਤਾਂ ਮੈਂ ਕਹਾਂਗਾ ਕਿ ਮੈਂ ਵੈਸੇ ਜਨਰਲ ਯਾਦ ਕਰਦਾ ਹੁੰਦਾ a + ex। ਲੈਫਟ ਹੈਂਡਡ 'ਚ ਹੋ ਗਿਆ ਤਾਂ x ਮਾਈਨਸ ਹੋ ਜਾਏਗਾ, a - ex। ਹੁਣ ਅੱਪਰ ਹੋ ਗਿਆ, ਅੱਪਰ 'ਚ y ਪੋਜ਼ੀਟਿਵ 'ਚ ਹੈ ਤਾਂ a + ey। ਲੋਅਰ 'ਚ y ਨੈਗੇਟਿਵ 'ਚ ਹੈ ਤਾਂ a - ey। ਪੈਰਾਬੋਲਾ ਦੇ ਕੇਸ 'ਚ e1, ਲਿਪਸ ਦੇ ਕੇਸ 'ਚ, ਹਾਈਪਰਬੋਲਾ ਦੇ ਕੇਸ 'ਚ ਜੋ ਵੀ ਹੋਏਗਾ ਉਹ ਸੇਮ ਹੀ ਰਹੇਗਾ। ਉਹ ਦੇਖ ਲਾਂਗੇ ਆਪਾਂ ਐਟ ਅ ਟਾਈਮ ਕੀ ਬਣਦਾ। ਤੁਸੀਂ ਜਨਰਲ ਦੀ ਜਗ੍ਹਾ ਇਹਦੇ ਅੰਦਰ ਡਾਇਰੈਕਟ ਵੀ ਯਾਦ ਕਰ ਸਕਦੇ ਹੋ। ਓਕੇ, ਫਿਰ ਆ ਗਿਆ ਸ਼ਿਫਟਿੰਗ ਆਫ ਰੀਜਨ। ਮੇ ਵੀ ਇਹਦੇ 'ਚ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਸ਼ਿਫਟਿੰਗ ਆਫ ਰੀਜਨ ਦਾ ਕੀ ਮਤਲਬ ਹੈ ਕਿ ਅਗਰ ਮੈਂ ਪੈਰਾਬੋਲਾ ਨੂੰ ਉੱਦਾਂ ਹੀ ਚੱਕ ਕੇ ਕਿਸੇ ਹੋਰ ਪੁਆਇੰਟ 'ਤੇ ਲੈ ਗਿਆ, ਮੰਨ ਲਓ ਮੇਰਾ 0 'ਤੇ ਉਹਦਾ ਪਹਿਲਾਂ ਸੈਂਟਰ ਸੀਗਾ, ਵਰਟੈਕਸ ਸੀਗਾ, ਵਰਟੈਕਸ ਨੂੰ ਮੈਂ ਚੱਕ ਕੇ ਕਿਸੇ ਪੁਆਇੰਟ ਅਲਫਾ ਬੀਟਾ 'ਤੇ ਲੈ ਗਿਆ, ਤਾਂ ਮੇਰਾ ਪੈਰਾਬੋਲਾ ਦੀ ਇਕੁਏਸ਼ਨ 'ਚ ਕੀ ਚੇਂਜ ਹੋਏਗਾ? ਕੁਛ ਨਹੀਂ ਹੋਏਗਾ। ਵਾਈ ਮਾਈਨਸ ਜੋ ਇਹਦਾ ਕੋਆਰਡੀਨੇਟ ਹੈ y - ਬੀਟਾ, ਅਤੇ x ਮਾਈਨਸ ਜੋ ਇਹਦਾ ਐਬਸਿਸ ਹੈ ਇਸ ਪੁਆਇੰਟ ਦਾ x - ਅਲਫਾ, ਬਾਕੀ ਸਭ ਕੁਛ ਰਹੇਗਾ ਸੇਮ। ਹੁਣ ਕੋਈ ਗਿਵਨ ਇਕੁਏਸ਼ਨ ਨੂੰ ਇਸ ਇਕੁਏਸ਼ਨ 'ਚ ਕਨਵਰਟ ਕਿਵੇਂ ਕਰਨਾ ਹੈ? ਐਕਚੁਅਲੀ ਜਦੋਂ ਆਪਣੇ ਕੋਲ ax² by² ਦੀ ਫੋਰਮ 'ਚ ਇਕੁਏਸ਼ਨ ਆਉਂਦੀ ਹੈ ਤਾਂ ਉਹਨੂੰ ਆਪਾਂ ਸਭ ਤੋਂ ਪਹਿਲਾਂ ਇਸ ਫੋਰਮ 'ਚ ਕਨਵਰਟ ਕਰਨਾ ਹੁੰਦਾ ਹੈ, ਤਾਂ ਕਿ ਆਪਾਂ ਈਜ਼ੀਲੀ ਕੰਪੇਅਰ ਕਰ ਸਕੀਏ। a ਦੀ ਵੈਲਿਊ ਆਪਾਂ ਕੱਢਣੀ ਹੈ, ਆਪਾਂ ਵਰਟੈਕਸ ਦੀ ਵੈਲਿਊ ਕੱਢਣੀ ਹੈ, ਆਪਾਂ ਈਜ਼ੀਲੀ ਕੱਢ ਸਕਦੇ ਹਾਂ। ਹੁਣ ਮੰਨ ਲਓ ਇਸ ਫੋਰਮ ਦੀ ਇਕੁਏਸ਼ਨ 'ਚ, ਇਸ ਇਕੁਏਸ਼ਨ ਦੀ ਫੋਰਮ 'ਚ ਆਪਾਂ ਨੂੰ ਕੋਈ ਪੈਰਾਬੋਲਾ ਦਿੱਤਾ ਹੈ, ਤਾਂ ਆਪਾਂ ਈਜ਼ੀਲੀ ਸਮਝ ਸਕਦੇ ਹਾਂ ਕਿ ਉਹਦਾ ਵਰਟੈਕਸ ਬੀਟਾ ਅਤੇ ਅਲਫਾ ਅਤੇ ਬੀਟਾ ਹੈਗਾ। ਬਟ ਅਗਰ ਆਪਣੇ ਕੋਲ ax² by² ਦੀ ਫੋਰਮ ਦੇ ਵਿੱਚ ਇਕੁਏਸ਼ਨ ਹੈ ਤਾਂ ਉਹ ਅੰਡਰਸਟੈਂਡ ਕਰਨਾ ਥੋੜ੍ਹਾ ਮੁਸ਼ਕਿਲ। ਐਗਜ਼ਾਮਪਲ ਲੈ ਕੇ ਦੇਖਦੇ ਹਾਂ ਕੋਈ। ਮੈਨੂੰ ਇੱਦਾਂ, ਮੈਂ ਪਹਿਲਾਂ ਇਕੁਏਸ਼ਨ ਬਣਾਈ ਹੈ, ਚਲੋ ਕੋਈ ਗੱਲ ਨਹੀਂ। y² - 4y + 4x + 16 = 0। ਮੰਨ ਲਓ ਇਕੁਏਸ਼ਨ ਗਿਵਨ ਹੈ, ਆਪਾਂ ਦੱਸਣਾ ਕਿ ਇਹ ਪੈਰਾਬੋਲਾ ਜਿਹੜਾ ਹੈ, ਪਹਿਲੀ ਗੱਲ ਤਾਂ ਇਹ ਪੈਰਾਬੋਲਾ ਹੈ ਜਾਂ ਨਹੀਂ ਹੈ। ਦੂਜੀ ਗੱਲ, ਅਗਰ ਪੈਰਾਬੋਲਾ ਤਾਂ ਇਹਦਾ ਵਰਟੈਕਸ ਕੀ ਹੈ, ਇਹਦਾ ਫੋਕਸ ਕੀ ਹੈ, ਇਹਦੀ ਡਾਇਰੈਕਟ੍ਰਿਕਸ ਦੀ ਇਕੁਏਸ਼ਨ ਕੀ ਹੈ, ਉਹ ਫਾਈਂਡ ਆਊਟ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਮੈਨੂੰ ਪਤਾ ਕਿ ਪੈਰਾਬੋਲਾ ਦੀ ਇਕੁਏਸ਼ਨ ਕੀ ਹੁੰਦੀ ਹੈ, y² = 4ax। ਇਹਨੂੰ ਇਸ ਫੋਰਮ 'ਚ ਕਨਵਰਟ ਕਰਨਾ ਪਏਗਾ, ਯਾਨੀ ਕਿ y ਦਾ ਸਕੇਅਰ, ਕੰਪਲੀਟ ਸਕੇਅਰ ਲੈ ਕੇ ਆਉਣਾ ਪਏਗਾ। y² - 4y। ਇਹਨੂੰ ਕਰਨ ਦਾ ਈਜ਼ੀ ਮੈਥਡ ਕੀ ਹੈ ਕਿ ਜਿਹੜੀ ਸਕੇਅਰ ਵਾਲੇ ਟਰਮ ਹੈ ਉਹਨੂੰ ਇੱਕ ਸਾਈਡ ਰੱਖ ਲਓ, ਬਾਕੀ ਸਾਰੀਆਂ ਟਰਮਸ ਦੂਜੀ ਸਾਈਡ ਲਾਇਓ। -4x - 16, ਠੀਕ ਹੈ।
गड़बड़ हो गई लगता, मैं स्टेटमेंट गलत नोट कर ली है। 1 मिनट, स्टेटमेंट च गड़बड़ है। इतने माइनस आएगा, माइनस का 4x, ये प्लस हो जाएगा। ठीक है, हूँ मैं इधरली साइड कंप्लीट स्केयर बनाना। कंप्लीट स्केयर किमें बनता है, देखो इनू आप कंपेयर कर सकते हैं, ए स्केयर माइनस ए बी प्लस बी स्केयर। ठीक है, एक तो इस तरीके ना कर सकते हैं कि हूँ देखो इतने बन रहा 2ab 4y बन रहा, तो 2y इंटू 2 हो रहा है, तो इतने फिर 2 का ही स्केयर आप ऐड करा। दूसरा तरीका की है जो डायरैक्ट क्रैमिंग का तरीका करा देंगे कि जो भी वाई वाली टर्म होंगी है या इनकी जगह अगर एक्स वाली टर्म भी होगी, इनका जो भी कोफिशेंट है, कोफिशेंट का आप करा हाफ करके उनका स्केयर आप ऐड कर देना। ठीक है, तुम जो मर्जी तरीका रख सकते हो जो तुहानू ईजी लगे। हुण इक्वेशन है आप इधर ऐड किया तो इधर भी ऐड करांगे। ठीक है, ये बन गया मेरे को y माइनस 2 का होल स्केयर इज इक्वल टू इधर की बनेगा 4x माइनस 16 तो 4 12 माइनस 12 4 कॉमन x माइनस 3 y माइनस 2 का होल स्केयर। ये इक्वेशन बन गई। हुण इनू इहदे नाल कंपेयर करो, मैं इनू कैपिटल वाई कह देना, इनू स्मॉल वाई कह देना। कैपिटल वाई इज इक्वल टू वाई माइनस 2 तो कैपिटल एक्स इज इक्वल टू एक्स माइनस 3। तो इक्वेशन बन गई मेरी वाई स्केयर इज इक्वल टू 4x। हूँ इनू अगर कंपेयर करा तो मैं ईजिली देख सकता कि मेरी ए की वैल्यू 1 आ रही है। ठीक है, ए की वैल्यू 1 आ रही है। हूँ फोकस की होंगे मेरा, इस टाइप का कोई पैराबोला बनेगा, ये आ गया a,0 यानी कि 1,0। हूँ इतने एक्स की वैल्यू 1 है यानी कि कैपिटल एक्स की वैल्यू 1 है, बट ये शिफ्टिड है तो आप उनका फोकस करना है। तो कैपिटल एक्स के इक्वल स्मॉल एक्स माइनस 3, स्मॉल एक्स माइनस 3 इज इक्वल टू 1। दिस इंप्लाइज एक्स इज इक्वल टू 4। तो अपना फोकस की आ जाएगा 4,0, ये आ गया अपना फोकस। ठीक है, इक्वेशन अगे लैके चलते हैं, बट उस तो पहले एक चीज़ और समझ लें। इतने देखो आप शिफ्टिंग ऑफ रीजन वाली इक्वेशन की थी, y माइनस 2 है। ठीक है, तो x माइनस 3 है। इनका मतलब की है 3,2, ये की है इनके वर्टेक्स। ठीक है, यानी कि इदा का पैराबोला बनेगा। ये जोड़े आ पॉइंट है ये 3,2 होएगा, जोड़ा फोकस होएगा उनका हिस्सा आप कढ़ लिया 4 है, ऑर्डिनेट एक्सिस वाला सेम रहेगा 4,2। ठीक है, हम ऑर्डिनेट सेम क्यों रखा है, चलो नहीं सेम रखना तो कैलकुलेट कर लो। इतने की है मेरे को y इज इक्वल टू 0 इनका ऑर्डिनेट होएगा। इतने देखा जाए तो 0 लाया मैं, 1,0। फोकस यही होंगे ना, फोकस होंगे 1,0। इतने कैपिटल Y 0 है, कैपिटल Y की वैल्यू की सी y माइनस 2 इज इक्वल टू 0, तो y इज इक्वल टू 2। चाहे कैलकुलेट कर लो चाहे डायग्राम तो देखो सेम ही आएगा। हम देख लो। ठीक है, मैं एक्सिस नहीं बनाता, डायरैक्ट पैराबोला बना लेना। आ पॉइंट है मेरा 3,2, फोकस है मेरा 4,2। आ 3 है, आ 4 है। डिस्टेंस कितना है 1 का, इधर 1 का डिस्टेंस इधर ले आओ। 3 माइनस 1 2, ये की हो जाएगा 2,2 और डायरेक्ट्रिक्स हो जाएगी। यानी कि इक्वेशन ऑफ डायरेक्ट्रिक्स मेरे को की आएगी एक्स इज इक्वल टू पॉजिटिव आ जाएगी। ठीक है, डायग्राम तो ईजिली हो सकता, नहीं डायग्राम तो करना तो डायरेक्ट्रिक्स जी इक्वेशन होंगी सी तुहाडे कोल उत्थों कर लो। चाहे डायरेक्ट्रिक्स की इक्वेशन की होंगी सी एक्स इज इक्वल टू माइनस है इस राइट हैंड पैराबोला के लिए ए की वैल्यू की कड्डी है मैं। बट एक चीज़ याद रखना, जो आप इक्वेशन तो कर रहे हैं ना, तो आप इतने कैपिटल वाली वैल्यू ला हमेशा। ठीक है, कैपिटल एक्स इज इक्वल टू माइनस ए कितना कड्ढिया 1, तो स्मॉल एक्स की वैल्यू की सी एक्स माइनस 3 इज इक्वल टू -1, एक्स इज इक्वल टू -3 -1 प्लस 3 दैट इज इक्वल टू 2। सेम आ गया। इस तरीके नाल आप इस टाइप के क्वेश्चन कर सकते हैं।
ठीक है, शिफ्टिंग ऑफ रीजन हो गया। सेकंड वेट। इस तो बाद ਆਪਾਂ ਕੀ ਕਰਨਾ ਹੈ, ਆ ਕੁਛ ਟਰਮਸ ਨੇ, ਇਹਨਾਂ ਨੂੰ ਰੀਡ ਆਊਟ ਕਰ ਲੈਣਾ। ਇਹਨਾਂ ਦੇ ਬੇਸ ਤੇ ਕੁਐਸਚਨ ਬਣ ਸਕਦੇ ਆ, ਲਾਈਕ ਸੈਕਿੰਡ ਲਾਈਨ ਦੇ ਬੇਸ ਤੇ ਕੁਐਸਚਨ ਬਣ ਸਕਦਾ। ਫੋਕਲ ਕੋਡ ਪਰਪੈਂਡੀਕੂਲਰ ਟੂ ਐਕਸਿਸ ਇਸ ਕਾਰਡ ਲੇਟੈਸਟ, ਇਹ ਨਹੀਂ ਮੈਨੂੰ ਲੱਗਾ ਟੇਂਜੈਂਟ ਵਾਲਾ ਹੈ। ਤਾਂ ਡਬਲ ਆਰਡੀਨੇਟ ਦੀ ਡੈਫੀਨੇਸ਼ਨ ਵੀ ਇਹਦੇ 'ਚ ਆ ਜਾਂਦੀ ਹੈ ਕਿ ਜਿਹੜੀ ਕੋਈ ਲਾਈਨ ਕੋਡ ਹੈ ਉਹ ਪਰਪੈਂਡੀਕੂਲਰ ਹੋਵੇ ਪਰ ਫੋਕਸ 'ਚ ਨਾ ਪਾਸ ਕਰ ਰਹੀ ਹੋਵੇ, ਉਹਨੂੰ ਕੀ ਨਾਮ ਦੇ ਦਿੰਦੇ ਡਬਲ ਆਰਡੀਨੇਟ। ਲਾਈਕ ਇਹ ਲਾਈਨ ਡਰੋ ਕਰਤੀ, ਪਰਪੈਂਡੀਕੂਲਰ ਜ਼ਰੂਰ ਹੈ ਬਟ ਫੋਕਸ 'ਚ ਪਾਸ ਨਹੀਂ ਕਰ ਰਹੀ, ਤਾਂ ਉਹਨੂੰ ਕਹਿ ਦਾਂਗੇ ਡਬਲ ਆਰਡੀਨੇਟ। ਇਹਨਾਂ ਦੇ ਬੇਸ 'ਚ ਕੁਐਸਚਨ ਨਹੀਂ ਬਣਨਗੇ। ਦੈਨ ਪੈਰਾਮੀਟ੍ਰਿਕ ਫਾਰਮ ਕਰਨੀ ਚਾਹੀਦੀ ਹੈ, ਇਹਦੇ ਬੇਸ 'ਤੇ ਕੁਐਸਚਨ ਈਜ਼ੀਲੀ ਸੋਲਵ ਹੋ ਜਾਂਦੇ ਆ। ਮੈਂ ਸਾਰੀਆਂ ਚੀਜ਼ਾਂ ਯਾਦ ਨਹੀਂ ਕਰਦਾ ਪੈਰਾਮੀਟਰਿਕ ਇਕੁਏਸ਼ਨ ਦੀਆਂ, ਮੈਂ ਸਿਰਫ ਕੀ ਯਾਦ ਰੱਖਦਾ, ਇਹ ਚੀਜ਼ ਆਪਾਂ x ਨੂੰ ਕੀ ਪੁੱਟ ਕਰਨਾ ਹੈ ਅਤੇ y ਨੂੰ ਕੀ ਪੁੱਟ ਕਰਨਾ ਹੈ। ਇਸ ਤੋਂ ਇਲਾਵਾ ਪੈਰਾਮੀਟਰਿਕ ਇਕੁਏਸ਼ਨ 'ਚ ਮੈਂ ਕੁਛ ਯਾਦ ਨਹੀਂ ਰੱਖਦਾ, ਸਭ ਕੁਛ ਡਰਾਈਵ ਕਰਦਾ ਐਟ ਅ ਟਾਈਮ। ਓਕੇ, ਆਹ ਟੇਬਲ ਸਰ ਨੇ ਬਣਵਾਇਆ ਸੀਗਾ, ਦੇਖ ਲੈਂਦੇ ਇੱਕ ਵਾਰੀ ਕੀ ਹੈਗਾ। ਪੈਰਾਬੋਲਾ y ਸਕੁਏਅਰ ਇਜ਼ ਇਕੁਅਲ ਟੂ 4ax ਹੈ, ਤਾਂ x ਨੂੰ ਕੀ ਪੁੱਟ ਕਰਨਾ ਹੈ 8t ਸਕੁਏਅਰ ਅਤੇ y ਨੂੰ ਕੀ ਪੁੱਟ ਕਰਨਾ ਹੈ 2at। ਅਗਰ ਇਹ ਦੋਵੇਂ ਚੀਜ਼ਾਂ ਯਾਦ ਨਹੀਂ ਹੁੰਦੀਆਂ ਤਾਂ ਕੋਈ ਇੱਕ ਚੀਜ਼ ਯਾਦ ਕਰ ਲਓ, x ਨੂੰ 8t ਸਕੁਏਅਰ ਪੁੱਟ ਕਰਨਾ ਹੈ, ਠੀਕ ਹੈ। x ਦੀ ਜਗ੍ਹਾ ਇੱਥੇ 8t ਸਕੁਏਅਰ ਲਿਖੋ, 4a ਸਕੁਏਅਰ t ਸਕੁਏਅਰ ਬਣ ਜਾਏਗਾ। ਰੂਟ ਲਵਾਂਗੇ, ਆਪਣੇ ਆਪ y ਦੀ ਵੈਲਿਊ 2at ਹੀ ਨਿਕਲ ਆਏਗੀ। ਦੋਨੋਂ ਯਾਦ ਕਰ ਲਓ ਤਾਂ ਬੈਟਰ ਹੈ, ਬਸ ਇਹ ਯਾਦ ਰੱਖਣਾ। ਹੁਣ ਇੱਥੇ ਕੀ ਹੈ, x ਦੀ ਵੈਲਿਊ ਨੈਗੇਟਿਵ 'ਚ ਸੀ ਤਾਂ ਜੋ ਪੁੱਟ ਕਰਨਾ x ਨੂੰ ਨੈਗੇਟਿਵ ਪੁੱਟ ਕਰ ਦੇਣਾ, ਨੈਗੇਟਿਵ ਪੋਜ਼ੀਟਿਵ ਤਾਂ y ਦੀ ਵੈਲਿਊ ਸੇਮ ਹੀ ਰਹੇਗੀ। ਹੁਣ ਇੱਧਰ ਆ ਜਾਓ, ਇੱਧਰ ਦੇਖੋ, ਆਪਾਂ ਹਮੇਸ਼ਾ 8 ਸਕੁਏਅਰ ਉਹਨੂੰ ਪੁੱਟ ਕਰਨਾ ਜਿਹਦੀ ਡਿਗਰੀ 1 ਹੈ, ਜਿਹਦੇ 'ਤੇ ਸਕੁਏਅਰ ਨਹੀਂ ਹੈਗਾ ਉਹਨੂੰ ਆਪਾਂ ਸਕੁਏਅਰ ਪੁੱਟ ਕਰਨਾ। ਇਹਦੇ 'ਤੇ y ਦੀ ਡਿਗਰੀ 1 ਹੈ, y ਦਾ ਸਕੁਏਅਰ ਨਹੀਂ ਹੈਗਾ ਤਾਂ ਆਪਾਂ y ਨੂੰ 8 ਸਕੁਏਅਰ ਪੁੱਟ ਕਰਤਾ। y ਨੂੰ 8 ਸਕੁਏਅਰ ਪੁੱਟ ਕਰਾਂਗੇ ਤਾਂ x ਦੀ ਵੈਲਿਊ ਸੇਮ ਉਹੀ 2at ਆ ਜਾਏਗੀ। ਇੱਦਾਂ ਵੀ ਸੇਮ ਹੈ, y ਦੀ ਵੈਲਿਊ ਮਾਈਨਸ ਹੈ ਤਾਂ -8 ਸਕੁਏਅਰ ਪੁੱਟ ਕਰ ਦਿਓ ਤਾਂ x ਦੀ ਵੈਲਿਊ 2at ਆ ਜਾਏਗੀ। ਹੋਰ ਇਹਦੇ 'ਚ ਕੁਛ ਕਰਨ ਵਾਲਾ ਨਹੀਂ ਹੈ। ਇਕੁਏਸ਼ਨ ਲਾਈਨ, ਠੀਕ ਹੈ। ਪੈਰਾਬੋਲਾ ਦੀ ਗੱਲ ਕਰ ਲੈਂਦੇ ਹਾਂ। ਇਹਦੇ 'ਚ ਕੋਈ ਵੀ ਲਾਈਨ ਹੈ ਅਗਰ ਆਪਣੇ ਪੈਰਾਬੋਲਾ ਨੂੰ ਇੰਟਰਸੈਕਟ ਨਹੀਂ ਕਰਦੀ, ਦੂਰੋਂ ਹੀ ਲੰਘ ਜਾਂਦੀ ਹੈ, ਕੋਈ ਕੰਟੈਕਟ ਪੁਆਇੰਟ ਨਹੀਂ ਹੈ, ਕੋਈ ਸੋਲਿਊਸ਼ਨ ਨਹੀਂ ਹੈ, ਤਾਂ ਡੀ ਨੈਗੇਟਿਵ ਹੋ ਜਾਏਗਾ। ਨੈਗੇਟਿਵ ਮਤਲਬ ਇਮੇਜਨਰੀ, ਯਾਨੀ ਕਿ ਉਹਦਾ ਕੋਈ ਸੋਲਿਊਸ਼ਨ ਨਹੀਂ ਹੈ। ਇਹ ਡੀ ਦੀ ਵੈਲਿਊ ਤੱਕ ਨਹੀਂ ਕਹਿ ਸਕਦੇ, ਡੀ ਦੀ ਕਿਸੇ ਨਾ ਕਿਸੇ ਕੁਐਸਚਨ 'ਚ ਲੋੜ ਪੈ ਸਕਦੀ ਹੈ। ਦੈਨ ਇੱਕ ਪੁਆਇੰਟ 'ਤੇ ਕੰਟੈਕਟ ਕਰ ਗਿਆ ਤਾਂ ਟੈਂਜੈਂਟ। ਬੇਸਿਕਲੀ ਟੈਂਜੈਂਟ ਹੈਗੀ, ਟੈਂਜੈਂਟ ਸਿਰਫ ਇੱਕ ਲਾਈਨ ਹੈ, ਸਟ੍ਰੇਟ ਲਾਈਨ ਹੈ, ਜਿਹੜੀ ਕਿਸੇ ਵੀ ਕੋਨਿਕ ਨੂੰ ਜਾਂ ਕਿਸੇ ਵੀ ਜਿਓਮੈਟਰੀਕਲ ਸ਼ੇਪ ਨੂੰ ਸਿਰਫ ਇੱਕ ਪੁਆਇੰਟ 'ਤੇ ਅਗਰ ਟੱਚ ਕਰਦੀ ਹੈ ਤਾਂ ਉਹ ਟੈਂਜੈਂਟ ਹੈ। ਅਗਰ ਉਹ ਇੱਕ ਤੋਂ ਜ਼ਿਆਦਾ ਪੁਆਇੰਟ 'ਤੇ ਟੱਚ ਕਰਦੀ ਤਾਂ ਉਹ ਟੈਂਜੈਂਟ ਨਹੀਂ ਹੈ, ਇੱਕ ਪੁਆਇੰਟ 'ਤੇ ਟੱਚ ਕਰੇਗੀ ਤਾਂ ਟੈਂਜੈਂਟ ਹੈ, ਠੀਕ ਹੈ। 2 ਪੁਆਇੰਟ 'ਤੇ ਟੱਚ ਕਰੇਗੀ ਲਾਈਨ ਤਾਂ ਉਹ ਕੋਡ ਹੋ ਗਈ। ਹੁਣ ਆਪਾਂ ਨੂੰ ਪਤਾ ਹੈ, ਆਪਾਂ ਕੁਆਡਰੈਟਿਕ ਇਕੁਏਸ਼ਨਸ ਕੀਤੀਆਂ ਹੋਈਆਂ, ਅਗਰ ਆਪਣੇ ਕੋਲ ਡੀ ਉਹਦੇ 'ਚ 0 ਆਉਂਦਾ ਸੀ ਤਾਂ ਸਿੰਗਲ 2 ਰੂਟ ਆਉਂਦੇ ਸੀ ਸੇਮ, ਅਗਰ ਡੀ ਗ੍ਰੇਟਰ ਦੈਨ 0 ਆਉਂਦਾ ਸੀ ਤਾਂ ਦੋਨੋਂ ਰੂਟ ਅਲੱਗ ਆਉਂਦੇ ਸੀ। ਤਾਂ ਆਪਾਂ ਇਹਨਾਂ ਨੂੰ ਉਹਨਾਂ ਨਾਲ ਕੰਪੇਅਰ ਕਰ ਲਿਆ, ਉਸ ਤਰੀਕੇ ਨਾਲ ਇਹਨਾਂ ਨੂੰ ਸੋਲਵ ਕਰਕੇ ਦੇਖ ਲਿਆ। ਆਹ ਇਕੁਏਸ਼ਨ ਹੈ, ਇਹਦੇ 'ਚ ਯਾਦ ਕੀ ਰੱਖਣਾ ਹੈ, ਟੇਂਜੈਂਟ ਦੀ ਕੰਡੀਸ਼ਨ ਡਾਇਰੈਕਟ c = a/m। ਬਟ ਮੈਂ ਇਹ ਕਹਾਂਗਾ ਕਿ ਇਹਨੂੰ ਇੱਕ ਵਾਰੀ ਗੋ ਥਰੂ ਵੀ ਹੋ ਜਾਓ, ਕਿਉਂਕਿ ਕਈ ਕੁਐਸਚਨ ਇੱਦਾਂ ਦੇ ਹੁੰਦੇ ਆ ਅਗਰ ਆਪਾਂ ਉਹਦੇ 'ਚ ਡਾਇਰੈਕਟ ਵੈਲਿਊ ਪਾ ਕੇ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਲੈਂਥੀ ਹੋ ਜਾਂਦੇ ਆ। ਬਟ ਅਗਰ ਆਪਾਂ ਇੱਦਾਂ ਜਿਵੇਂ ਇਹਨੂੰ ਸੋਲਵ ਕੀਤਾ ਹੈ, ਅਗਰ ਸੋਲਵ ਕਰਾਂਗੇ ਤਾਂ ਉਹ ਈਜ਼ੀਲੀ ਹੋ ਜਾਂਦੇ ਆ। ਡਿਪੈਂਡ ਕਰਦਾ, ਸਾਰੇ ਕੁਐਸਚਨ ਇੱਦਾਂ ਸੋਲਵ ਕਰਨ ਦੀ ਲੋੜ ਨਹੀਂ, ਪਰ ਕਈ ਵਾਰੀ ਕੋਈ ਟਰਮ ਇੱਦਾਂ ਦੀ ਆ ਜਾਂਦੀ ਹੈ ਕਿ ਉਹਨਾਂ ਨੂੰ ਇੱਦਾਂ ਸੋਲਵ ਕਰਨਾ ਈਜ਼ੀ ਹੋ ਜਾਂਦਾ ਹੈ ਬਜਾਏ ਕਿ ਡਾਇਰੈਕਟ ਫਾਰਮੂਲਾ ਲਗਾਉਣ ਤੋਂ। ਆਪਾਂ ਇੱਕ ਵਾਰੀ ਫਿਰ ਵੀ ਗੋ ਥਰੂ ਹੋ ਲੈਂਦੇ ਹਾਂ। y² = 4ax ਆਪਣੇ ਕੋਲ ਪੈਰਾਬੋਲਾ ਦਿੱਤਾ, ਕੋਈ ਲਾਈਨ ਦੇ ਦਿੱਤੀ y = mx + c। ਅਸਲ 'ਚ ਇਹਦਾ ਮਤਲਬ ਕੀ ਹੈ ਕਿ ਇਹ ਲਾਈਨ ਇਸ ਪੈਰਾਬੋਲਾ 'ਤੇ ਟੇਂਜੈਂਟ ਕਦੋਂ ਹੋਏਗੀ, ਜਦੋਂ ਇਹਦਾ c ਜੋ ਕੌਂਸਟੈਂਟ ਹੈ ਇਸ ਲਾਈਨ ਦਾ ਜੋ c ਹੈ ਉਹਦੀ ਵੈਲਿਊ a/m ਦੀ ਇਕੁਅਲ ਹੋਏਗੀ। ਇਹ ਡਾਇਰੈਕਟ ਯਾਦ ਰੱਖਣੀ ਆ ਵੈਲਿਊ, ਠੀਕ ਹੈ। c = a/m ਇਹ ਕੰਡੀਸ਼ਨ ਲਾਈਨ, ਇਸ ਲਾਈਨ ਦੀ ਕੰਡੀਸ਼ਨ ਹੈ ਪੈਰਾਬੋਲਾ 'ਤੇ ਟੇਂਜੈਂਟ ਹੋਣ ਲਈ, ਠੀਕ ਹੈ। ਹੁਣ ਅਗਰ ਕੋਈ ਲਾਈਨ ਕੋਈ ਵੀ ਕਰਵ ਨੂੰ ਟੱਚ ਕਰਦੀ ਹੈ ਤਾਂ ਮਤਲਬ ਉਸ ਪੁਆਇੰਟ 'ਤੇ, ਆਹ ਪੁਆਇੰਟ ਹੈ, ਇਸ ਪੁਆਇੰਟ 'ਤੇ ਸੈਟਿਸਫਾਈ ਕਰ ਰਿਹਾ, ਯਾਨੀ ਇੱਕ ਪੁਆਇੰਟ 'ਤੇ ਜਿਹੜਾ ਇੱਕ ਪੁਆਇੰਟ ਆਏਗਾ ਜਿਹਦੇ ਕੋਆਰਡੀਨੇਟ ਹੋਣਗੇ a, b, α, β ਕੁਛ ਵੀ,
ਉਹ ਇਸ ਲਾਈਨ ਨੂੰ ਵੀ ਸੈਟੀਸਫਾਈ ਕਰਨਗੇ ਔਰ ਇਸ ਪੈਰਾਬੋਲਾ ਨੂੰ ਵੀ ਸੈਟੀਸਫਾਈ ਕਰਨਗੇ। ਠੀਕ ਹੈ, ਤਾਂ ਉਸ ਪੁਆਇੰਟ ਲਈ ਮੈਂ ਮੰਨ ਲਿਆ y ਦੀ ਵੈਲਿਊ mx + c ਹੈ, ਇਹਦੇ 'ਚ ਪੁੱਟ ਕਰਤੀ mx + c ਦਾ ਹੋਲ ਸਕੁਅਰ = 4ax। ਸਕੁਅਰ ਖੋਲਾਂਗੇ, ਇਹਨੂੰ ਸੋਲਵ ਕਰਾਂਗੇ ਤਾਂ ਇਹ ਕੀ ਹੋਏਗਾ, ਕੁਆਡਰੈਟਿਕ ਇਕੁਏਸ਼ਨ ਬਣ ਜਾਏਗੀ। ਇਸ ਟਾਈਪ ਦੀ ਇੱਕ ਕੁਆਡਰੈਟਿਕ ਇਕੁਏਸ਼ਨ ਬਣ ਜਾਏਗੀ x ਦੀ ਫਾਰਮ 'ਚ। ਠੀਕ ਹੈ, ਅਗਰ ਆਪਾਂ y ਦੀ ਵੈਲਿਊ ਪੁੱਟ ਕੀਤੀ ਹੈ ਤਾਂ x ਦੀ ਫਾਰਮ 'ਚ ਬਣ ਜਾਏਗੀ, ਜੇ ਆਪਾਂ x ਦੀ ਵੈਲਿਊ ਕੱਢ ਕੇ ਪੁੱਟ ਕਰਦੇ ਤਾਂ y ਦੀ ਫਾਰਮ 'ਚ ਬਣ ਜਾਣੀ ਸੀਗੀ। ਹੁਣ ਆਪਾਂ ਨੂੰ ਪਤਾ ਹੈ ਕਿ ਟੈਂਜੈਂਟ ਕਦੋਂ ਹੋਏਗਾ, ਜਦੋਂ ਇੱਕ ਪੁਆਇੰਟ 'ਤੇ ਟੱਚ ਕਰੇਗੀ। ਇੱਕ ਪੁਆਇੰਟ 'ਤੇ ਟੱਚ ਕਰਨ ਦਾ ਮਤਲਬ d = 0, ਯਾਨੀ b² - 4ac = 0। ਇੱਥੋਂ ਆ ਰਿਹਾ b ਦਾ ਸਕੁਅਰ ਕਰਾਂਗੇ -4ac = 0। ਇਹਨੂੰ ਸੋਲਵ ਕਰਾਂਗੇ, ਆਪਣੇ ਕੋਲ ਇਹੀ ਕੰਡੀਸ਼ਨ ਆ ਜਾਏਗੀ। ਠੀਕ ਹੈ, ਵੈਸੇ ਆਪਾਂ ਕੰਡੀਸ਼ਨ ਡਾਇਰੈਕਟ ਯਾਦ ਰੱਖਣੀ ਹੈ, ਬਟ ਇਹ ਮੈਥਡ ਪਤਾ ਹੋਣਾ ਚਾਹੀਦਾ। ਦੈਨ ਇਕੁਏਸ਼ਨ ਆਫ ਟੈਂਜੈਂਟ ਦੀ ਇਕੁਏਸ਼ਨ ਸੋਲਵ ਕਰਨ ਦਾ ਡਾਇਰੈਕਟ ਮੈਥਡ ਕੀ ਹੈ ਕਿ ਅਗਰ ਆਪਣੇ ਕੋਲ ਕੋਈ ਵੀ ਵੈਲਿਊ ਦਿੱਤੀ ਹੋਈ ਹੈ, ਕੋਈ ਪੁਆਇੰਟ ਦਿੱਤਾ ਹੋਇਆ ਅਤੇ ਇਕੁਏਸ਼ਨ ਦਿੱਤੀ ਹੈ ਆਪਣੇ ਕੋਲ ਪੈਰਾਬੋਲਾ ਦੀ, ਤਾਂ ਆਪਾਂ ਕੀ ਕਰਨਾ, x ਨੂੰ ਜਿਹੜੀ ਸਕੇਅਰ ਵਾਲੀ ਟਰਮ ਹੈ, ਮੰਨ ਲਓ y² ਹੈ, ਤਾਂ ਉਹਨੂੰ ਆਪਾਂ ਰਿਪਲੇਸ ਕਰ ਦੇਣਾ y × y1। x² ਵਾਲੀ ਟਰਮ ਹੈ, ਉਹਨੂੰ x × x1। ਜਿਹੜੀ ਸਕੇਅਰ ਵਾਲੀ ਟਰਮ ਨਹੀਂ ਹੈ, ਜਿਹਦੀ ਡਿਗਰੀ 1 ਹੈ, ਉਹਨੂੰ ਆਪਾਂ ਰਿਪਲੇਸ ਕਿਵੇਂ ਕਰਨਾ, y ਨੂੰ y + y1/2, x ਨੂੰ x + x1/2। ਠੀਕ ਹੈ, ਹੁਣ ਇਹ ਆਪਣੇ ਕੋਲ 4 ਤਰ੍ਹਾਂ ਦੇ ਪੈਰਾਬੋਲਾ ਹੈ। ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ ਕਿ ਕਿਵੇਂ ਇਕੁਏਸ਼ਨਸ ਆਉਣਗੇ। ਇੱਥੇ y² ਨੂੰ ਪੁੱਟ ਕਰਤਾ y/1, x ਨੂੰ ਪੁੱਟ ਕਰਦਾ x + x1/2, 2 ਨਾਲ 2 ਕੈਂਸਲ ਹੋ ਜਾਏਗਾ ਤਾਂ 2x + x1 ਬਣ ਜਾਏਗਾ। ਸੇਮ ਇੱਦਾਂ ਹੀ ਇਹਨਾਂ 4 ਇਕੁਏਸ਼ਨ 'ਚ ਹੋ ਜਾਏਗਾ। ਹੁਣ ਪੈਰਾਮੀਟਰਿਕ ਫਾਰਮ ਦੀ ਗੱਲ ਕਰੀਏ, ਪੈਰਾਮੀਟਰਿਕ ਫਾਰਮ ਦੇਖੋ, ਜਾਂ ਤਾਂ ਅਗਰ ਤੁਸੀਂ ਯਾਦ ਕਰ ਸਕਦੇ ਹੋ ਤਾਂ ਬੈਟਰ ਹੈ, ਅਗਰ ਨਹੀਂ ਯਾਦ ਹੁੰਦੀਆਂ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਤੁਹਾਨੂੰ ਇਹ ਚੀਜ਼ ਯਾਦ ਹੋਣੀ ਚਾਹੀਦੀ, ਜਿਹੜੀ ਮੈਂ ਪਹਿਲਾਂ ਵੀ ਦੱਸੀ ਸੀ ਕਿ x ਨੂੰ ਕੀ ਪੁੱਟ ਕਰਨਾ ਅਤੇ y ਨੂੰ ਕੀ ਪੁੱਟ ਕਰਨਾ। ਤੁਸੀਂ ਕਰਨਾ ਕੀ, ਅਗਰ ਤੁਹਾਨੂੰ ਨਹੀਂ ਯਾਦ ਪੇਪਰ 'ਚ ਬਾਈ ਚਾਂਸ, ਇਹ ਤਾਂ ਯਾਦ ਹੋਏਗਾ ਕਿ y ਨੂੰ y1 ਅਤੇ x ਨੂੰ x + x1/2 ਕਰਨਾ ਹੈ, ਤਾਂ ਉਹਦੇ ਤੋਂ ਆਹ ਇਕੁਏਸ਼ਨ ਕੱਢ ਲਓਗੇ, ਈਜ਼ੀਲੀ ਨਿਕਲ ਆਏਗੀ। ਉਸ ਤੋਂ ਬਾਅਦ x ਨੂੰ ਕੀ ਪੁੱਟ ਕਰਨਾ ਸੀ ਪੈਰਾਮੀਟਰਿਕ ਫਾਰਮ 'ਚ, at², ਤਾਂ x1 ਦੀ ਜਗ੍ਹਾ 'ਤੇ ਪੁੱਟ ਕਰ ਦਿਓ at²। y ਨੂੰ ਕੀ ਪੁੱਟ ਕਰਨਾ ਹੈ 2at, ਤਾਂ y1 ਦੀ ਜਗ੍ਹਾ 'ਤੇ ਪੁੱਟ ਕਰ ਦਿਓ 2at। ਮੈਂ ਸੋਲਵ ਕਰ ਹੀ ਦਿੰਦਾ, ਇੱਕ ਸੋਲਵ ਕਰ ਲੈਂਦੇ ਹਾਂ, ਈਜ਼ੀ ਹੋ ਜਾਏਗਾ। ਤਾਂ ਮੇਰੇ ਕੋਲ y² = 4ax ਪੈਰਾਬੋਲਾ, ਮੈਂ ਲਿਖ ਲਿਆ y/1 = 2ax + x1। ਹੁਣ ਮੈਨੂੰ ਪਤਾ ਹੈ ਕਿ x ਨੂੰ ਮੈਂ at² ਪੁੱਟ ਕਰਨਾ ਹੈ ਅਤੇ y ਨੂੰ 2at ਪੁੱਟ ਕਰਨਾ ਹੈ। y ਨੂੰ 2at y = 2ax + at², 2a ਕੈਂਸਲ, ty = x + at², ty = x + at²। ਜੇ ਤੁਸੀਂ ਚਾਹੋ ਤਾਂ ਡਾਇਰੈਕਟ ਯਾਦ ਕਰ ਸਕਦੇ ਹੋ, ਨਹੀਂ ਯਾਦ ਹੁੰਦੀਆਂ ਤਾਂ ਕਿੰਨਾ ਕੁ ਟਾਈਮ ਲੱਗੇਗਾ, ਵੱਧ ਤੋਂ ਵੱਧ 5-7 ਸੈਕਿੰਡ ਲੱਗਣਗੇ, ਕੈਲਕੂਲੇਟ ਕਰ ਸਕਦੇ ਹੋ। ਬਸ ਪੈਰਾਮੀਟਰਿਕ ਫਾਰਮ 'ਚ ਤੁਹਾਨੂੰ ਆਹ ਚੀਜ਼ਾਂ ਯਾਦ ਰਹਿਣੀਆਂ ਚਾਹੀਦੀਆਂ। ਉਸ ਤੋਂ ਬਾਅਦ ਵੇਟ, ਇੱਥੇ ਕਨਫਿਊਜ਼ਨ ਹੋ ਸਕਦੀ ਹੈ ਕਿ ਜਿੱਦਾਂ ਪੁਆਇੰਟ ਹੈ, ਕਿਹੜਾ ਪੁਆਇੰਟ ਪੁੱਟ ਕਰਨਾ ਜਾਂ ਕਿੱਦਾਂ ਹੈ। ਵੈਸੇ ਮੈਂ ਲਾਸਟ 'ਤੇ ਕੰਕਲੂਡ ਕਰਾਂਗਾ, ਉਦੋਂ ਜ਼ਿਆਦਾ ਈਜ਼ੀਲੀ ਸਮਝ ਆ ਜਾਏਗਾ, ਬਟ ਫਿਰ ਵੀ ਹੁਣ ਇੱਕ ਵਾਰੀ ਦੱਸ ਦਿੰਦਾ। ਮੰਨ ਲਓ ਇਹ ਪੈਰਾਬੋਲਾ ਹੈ, ਮੈਂ ਕੋਈ ਟੈਂਜੈਂਟ ਡਰਾ ਕੀਤਾ, ਇਹ ਪੁਆਇੰਟ ਹੈ a, b, ਤਾਂ ਟੈਂਜੈਂਟ ਦੀ ਇਕੁਏਸ਼ਨ ਹਮੇਸ਼ਾ ਕੀ ਹੁੰਦੀ ਹੈ, t = 0। ਠੀਕ ਹੈ, ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ y² = 4ax। ਐਕਚੁਅਲੀ ਇਹ ਜਿਹੜੀ ਇਕੁਏਸ਼ਨ ਹੈ ਨਾ, ਇਹ ਜਨਰਲ ਇਕੁਏਸ਼ਨ ਹੈ, ਇਹ ਪੈਰਾਬੋਲਾ, ਐਲਿਪਸ, ਹਾਈਪਰਬੋਲਾ ਸਾਰਿਆਂ 'ਤੇ ਵੈਲਿਡ ਹੋਏਗੀ। ਸੇਮ ਉਹੀ y/1। ਹੁਣ ਦੇਖੋ t = 0 ਦਾ ਮਤਲਬ ਹੈ y/1 - 4ax1 = 0। ਇਹਦਾ ਮਤਲਬ ਹੈ t = 0। ਵੀ ਇਕੁਏਸ਼ਨ ਦਾ ਸਾਰਾ ਕੁਝ ਇੱਕ ਸਾਈਡ 'ਤੇ ਲੈ ਕੇ ਦੂਸਰੀ ਸਾਈਡ 'ਤੇ 0 ਕਰ ਦਿਓ ਅਤੇ ਉਹਦੇ 'ਚ ਪੁਆਇੰਟ ਪੁੱਟ ਕਰ ਦਿਓ। ਹੁਣ ਪੈਰਾਬੋਲਾ ਨਹੀਂ, ਕਿਸੇ ਵੀ ਕੋਨਿਕ ਦੀ ਟੈਂਜੈਂਟ ਦੀ ਜਦੋਂ ਗੱਲ ਕਰਾਂਗੇ ਤਾਂ ਜਿਹੜਾ ਪੁਆਇੰਟ ਆ ਪੁੱਟ ਕਰਨਾ ਹੈ
ਉਹ ਪੁਆਇੰਟ ਕਿਹੜਾ ਹੁੰਦਾ ਹੈ ਜਿਸ ਪੁਆਇੰਟ ਤੇ ਟੈਂਜੈਂਟ ਡਰਾ ਹੋ ਰਿਹਾ, ਇਹ ਚੀਜ਼ ਦਾ ਖਾਸ ਧਿਆਨ ਰੱਖਣਾ। ਠੀਕ ਹੈ, ਯਾਨੀ ਕਿ ਇਹ ਬਣ ਜਾਏਗਾ by -4 ਇਹ ਹੀ ਲੈ ਲਿਆ, ਚਲੋ ਇਹਨੂੰ a ਡੈਸ਼ ਕਰ ਦਿੰਦੇ 4a ਡੈਸ਼ a = 0। ਇਹ ਬਣ ਜਾਏਗੀ ਇਕੁਏਸ਼ਨ ਆਫ ਟੈਂਜੈਂਟ। ਤਾਂ ਇਹ ਯਾਦ ਰੱਖਣਾ ਕਿ ਇਹਦੇ 'ਚ ਪੁਆਇੰਟ ਟੈਂਜੈਂਟ 'ਚ ਹਮੇਸ਼ਾ ਉਹ ਪੁਆਇੰਟ ਪੁੱਟ ਹੋਣਾ ਹੈ ਜਿੱਥੇ ਆਪਣੀ ਕਰਵ ਟੱਚ ਕਰ ਰਹੀ ਹੈ। ਐਲਿਪਸ ਹੈ, ਐਲਿਪਸ ਨੂੰ ਇੱਥੇ ਟੱਚ ਕਰ ਰਹੀ ਹੈ ਤਾਂ ਇਹ ਪੁਆਇੰਟ ਪੁੱਟ ਹੋਏਗਾ। ਆਪਣੇ ਕੋਲ ਕੋਈ ਹਾਈਪਰਬੋਲਾ ਹੈ, ਉਹਦੇ 'ਤੇ ਕੋਈ ਇੱਦਾਂ ਦਾ ਪੁਆਇੰਟ ਆ ਰਿਹਾ ਤਾਂ ਇਹ ਪੁਆਇੰਟ ਹਮੇਸ਼ਾ ਟੈਂਜੈਂਟ ਦੇ ਵਿੱਚ ਪੁੱਟ ਹੋਏਗਾ। ਯਾਨੀ ਕਿ ਜਿੱਥੇ ਵੀ t = 0 ਵਾਲੀ ਇਕੁਏਸ਼ਨ ਲਈ ਆਪਾਂ ਗੱਲ ਕਰਦੇ ਹਾਂ, ਉੱਥੇ ਪੁਆਇੰਟ ਉਹ ਪੁੱਟ ਕਰਨਾ ਹੈ ਜਿਹੜਾ ਪੁਆਇੰਟ ਆਫ ਕੰਟੈਕਟ ਹੈ। ਠੀਕ ਹੈ, ਹੁਣ ਇਹਦੇ ਨਾਲ ਦੋ ਚੀਜ਼ਾਂ ਹੋਰ ਰਿਲੇਟ ਕਰਦੀਆਂ, ਮੈਂ ਇੱਥੇ ਦੱਸ ਦਿੰਦਾ ਬਾਅਦ 'ਚੋਂ, ਕਿਉਂਕਿ ਮੈਨੂੰ ਲੱਗਦਾ ਕਿ ਚੀਜ਼ਾਂ ਨੂੰ ਇਕੱਠੇ ਕਰਨਾ ਨਾ, ਕਿ ਜਿਹੜੀਆਂ ਚੀਜ਼ਾਂ ਸਿਮਿਲਰ ਨੇ ਉਹਨਾਂ ਨੂੰ ਇਕੱਠੇ ਕਰਨਾ ਜ਼ਿਆਦਾ ਈਜ਼ੀ ਹੈ। ਦੇਖੋ ਇੱਕ ਨਾ ਹੁੰਦਾ ਆਪਣੇ ਕੋਲ ਸਹੀ ਨਹੀਂ ਬਣੀ ਇਹ ਟੈਂਜੈਂਟ, ਸਮਝ ਲਓ ਸਹੀ ਨਹੀਂ ਬਣੀ। ਕੋਈ ਦੋ ਟੈਂਜੈਂਟ ਡਰਾ ਕੀਤੇ ਮੈਂ T1 ਅਤੇ T2 ਕਿਸੇ ਪੁਆਇੰਟ ਆਰ ਤੋਂ। ਠੀਕ ਹੈ, ਇਹ ਮੀਟ ਕਰਦੇ ਆ P ਅਤੇ Q ਪੁਆਇੰਟ 'ਤੇ। P ਦੇ ਕੋਈ ਇੱਕ ਕੋਆਰਡੀਨੇਟ ਹੈ, Q ਦੇ ਕੋਈ ਇੱਕ ਕੋਆਰਡੀਨੇਟ ਹੈ। ਹੁਣ ਇਹਨੂੰ ਕਹਿੰਦੇ ਆ ਕੋਡ ਆਫ ਕੰਟੈਕਟ, ਇਹ ਹੁੰਦੀ ਹੈ ਕੋਡ ਆਫ ਕੰਟੈਕਟ।